ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਪਿਆਰਿਓ, ਬਾਬਾ ਬੁੱਢਾ ਜੀ ਨੇ ਸਤਿਗੁਰੂ ਜੀ ਦੇ ਹੁਕਮ ਨਾਲ ਗੁਰਮੁਖੀ ਅੱਖਰ ਪ੍ਰਚਲਿਤ ਕਰਨੇ। ਹੁਣ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਦਾ ਕੁਝ ਤਾਂ ਗੁਰਮੁਖੀ ਅੱਖਰਾਂ ਵਿੱਚ ਤੇ ਕੁਝ ਲੰਡਿਆਂ ਤੇ ਟਾਕਰੀਆਂ ਲਿਪੀ ਵਿੱਚ ਲਿਖੀ ਹੋਈ ਸੀ। ਬਾਬਾ ਬੁੱਢਾ ਜੀ ਗੁਰੂ ਘਰ ਵਿੱਚ ਆਣ ਕੇ ਗੁਰਮੁਖੀ ਲੰਡੇ, ਟਾਕਰੇ ਤੇ ਹਿੰਦੀ ਪੜ੍ਹ ਚੁੱਕੇ ਸਨ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵਿਚਾਰ ਕੀਤੀ ਕਿ ਗੁਰਸਿੱਖਾਂ ਵਿੱਚ ਗੁਰਮੁਖੀ ਅੱਖਰ ਪ੍ਰਚਲਿਤ ਕੀਤੇ ਜਾਣ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਗੁਰਮੁਖੀ ਅੱਖਰਾਂ ਵਿੱਚ ਲਿਖ ਕੇ ਰੱਖੀ ਜਾਏ। ਇੱਕ ਦਿਨ ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਬਾਬਾ ਜੀ, ਸਾਡੀ ਇੱਛਾ ਹੈ ਕਿ ਵੱਡੇ ਸਤਿਗੁਰਾਂ ਦੀ ਸਾਰੀ ਬਾਣੀ ਗੁਰਮੁਖੀ ਅੱਖਰਾਂ ਵਿੱਚ ਲਿਖਵਾ ਦਿੱਤੀ ਜਾਏ। ਇਸ ਕਾਰਜ ਦਾ ਪ੍ਰਬੰਧ ਤੁਸਾਂ ਹੀ ਕਰਨਾ ਹੈ। ਤੁਸੀਂ ਗੁਰਸਿੱਖਾਂ ਦੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਇਆ ਕਰੇ ਤਾਂ ਕਿ ਬੱਚੇ ਗੁਰਬਾਣੀ ਦਾ ਪਾਠ ਆਪ ਹੀ ਕਰਿਆ ਕਰਨ। ਗੁਰਸਿੱਖਾਂ ਵਿੱਚ ਗੁਰਮੁਖੀ ਅੱਖਰਾਂ ਨੂੰ ਪ੍ਰਚਲਿਤ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬੀ ਬੋਲੀ ਇਹਨਾਂ ਅੱਖਰਾਂ ਵਿੱਚ ਹੀ ਸ਼ੁੱਧ ਲਿਖੀ ਜਾ ਸਕਦੀ ਹੈ, ਸੋ ਆਪ ਇਹ ਪਰਉਪਕਾਰ ਗੁਰਸਿੱਖਾਂ ਉੱਪਰ ਕਰਨ ਦਾ ਉਦਮ ਕਰੋ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਹੁਕਮ ਮੰਨ ਕੇ ਬਾਬਾ ਜੀ ਗੁਰਸਿੱਖਾਂ ਨੂੰ ਗੁਰਮੁਖੀ ਪੜ੍ਹਾਉਣ ਦੀ ਸੇਵਾ ਕਰਨ ਲੱਗ ਪਏ। ਅੱਜ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਬਾਬਾ ਬੁੱਢਾ ਜੀ ਦੀ ਕਿਰਪਾ ਨਾਲ ਗੁਰਮੁਖੀ ਅੱਖਰਾਂ ਵਿੱਚ ਪੰਜਾਬੀ ਬੋਲੀ ਲਿਖੀ ਜਾ ਰਹੀ ਹੈ। ਇਹ ਸਤਿਗੁਰੂ ਜੀ ਤੇ ਬਾਬਾ ਜੀ ਨੇ ਮਹਾਨ ਪਰਉਪਕਾਰ ਵਾਲਾ ਕਾਰਜ ਕੀਤਾ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਗੁਪਤ ਹੋਣਾ ਤੇ ਬਾਬਾ ਬੁੱਢਾ ਜੀ ਨੇ ਪ੍ਰਗਟ ਕਰਨਾ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਗੋਦੇ ਖੱਤਰੀ ਦਾ ਨਗਰ ਵਸਾਉਣ ਦੀ ਬੇਨਤੀ ਪ੍ਰਵਾਨ ਕਰਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਗਿਆ ਕਰਕੇ ਗੋਦੇ ਦੇ ਨਾਲ ਭੇਜਿਆ। ਇਸ ਤੋਂ ਪਹਿਲਾਂ ਗੋਦਾ ਦਾ ਨਗਰ ਵਸਾਉਣ ਦੀ ਕਈ ਵਾਰ ਕੋਸ਼ਿਸ਼ ਕਰ ਚੁੱਕਾ ਸੀ, ਪਰ ਉਹ ਸਫਲ ਨਹੀਂ ਸੀ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਨੇ ਦਰਿਆ ਬਿਆਸ ਦੇ ਕਿਨਾਰੇ ਗੋਦੇ ਖੱਤਰੀ ਦੀ ਜ਼ਮੀਨ ਤੇ ਗੋਇੰਦਵਾਲ ਨਗਰ ਦੀ ਨੀਂਹ ਰੱਖੀ ਤੇ ਆਪਣੇ ਰਿਹਾਇਸ਼ ਵਾਸਤੇ ਵੀ ਚੁਬਾਰੇ ਬਣਵਾਏ। ਇਸ ਕਾਰਜ ਵਿੱਚ ਹੱਥ ਵਟਾਉਣ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਹੀ ਭੇਜਿਆ। ਬਾਬਾ ਬੁੱਢਾ ਜੀ ਨੇ ਬੜੇ ਪ੍ਰੇਮ ਤੇ ਸ਼ਰਧਾ ਨਾਲ ਉਸਾਰੀ ਦਾ ਸਾਰਾ ਕੰਮ ਸਿਰੇ ਚੜ੍ਹਾਇਆ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ ਤੇ ਪ੍ਰਸੰਨ ਹੋ ਕੇ ਆਪ ਨੂੰ ਗੁਰਗੱਦੀ ਤੇ ਬਿਰਾਜਮਾਨ ਕੀਤਾ ਤੇ ਬਾਬਾ ਜੀ ਨੇ ਗੁਰਗੱਦੀ ਦਾ ਤਿਲਕ ਲਾਇਆ, ਤਦੋਂ ਸਤਿਗੁਰੂ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਸਾਥੋਂ ਬਾਅਦ ਖਡੂਰ ਸਾਹਿਬ ਵਿੱਚ ਨਾ ਰਹਿਣਾ, ਗੋਇੰਦਵਾਲ ਜਾ ਵਸਣਾ, ਕਿਉਂਕਿ ਇੱਥੇ ਰਹਿਣ ਨਾਲ ਸਾਡੇ ਪੁੱਤਰਾਂ ਨੇ ਆਪ ਨਾਲ ਗੁਰਗੱਦੀ ਤੋਂ ਈਰਖਾ ਕਰਨੀ ਹੈ ਤੇ ਇਸ ਤਰ੍ਹਾਂ ਝਗੜਾ ਹੋ ਜਾਣ ਦਾ ਖਤਰਾ ਹੈ। ਇਹ ਬਚਨ ਕਰਕੇ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਤੇ ਸ੍ਰੀ ਗੁਰੂ ਅਮਰਦਾਸ ਜੀ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਗੋਇੰਦਵਾਲ ਚਲੇ ਗਏ। ਇੱਥੇ ਰਹਿ ਕੇ ਆਪ ਨੇ ਆਪਣੇ ਪਿਛਲੇ ਨਗਰ ਬਾਂਸਰਕੇ ਤੋਂ ਆਪਣੇ ਸਾਰੇ ਪਰਿਵਾਰ ਨੂੰ ਗੋਇੰਦਵਾਲ ਰਹਿਣ ਲਈ ਸੱਦ ਲਿਆ। ਬਾਬਾ ਬੁੱਢਾ ਜੀ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਕੁਝ ਸਮੇਂ ਲਈ ਆਪਣੇ ਨਗਰ ਚਲੇ ਗਏ। ਗੁਰਗੱਦੀ ਤੇ ਬਿਰਾਜਮਾਨ ਹੋਣ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿੱਚ ਗੁਰੂ ਘਰ ਦੀ ਮਰਿਆਦਾ ਆਰੰਭ ਕੀਤੀ। ਹਰ ਰੋਜ਼ ਦੋਵੇਂ ਵੇਲੇ ਦੀਵਾਨ ਸੱਜਦੇ। ਸਿੱਖ ਸੰਗਤਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਤੇ
ਨਾਮ ਦੀ ਦਾਤ ਲੈਣ ਗੋਇੰਦਵਾਲ ਹਾਜ਼ਰ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜਣੀਆਂ ਸ਼ੁਰੂ ਹੋ ਗਈਆਂ। ਗੁਰੂ ਘਰ ਵਿੱਚ ਲੰਗਰ ਦੀ ਮਰਿਆਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਚਾਲੂ ਸੀ, ਪਰ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿੱਚ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਵਾਸਤੇ ਇਹ ਹੁਕਮ ਜ਼ਰੂਰੀ ਕਰ ਦਿੱਤਾ ਕਿ ਪਹਿਲੇ ਹਰ ਪ੍ਰਾਣੀ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਕੇ ਫਿਰ ਦਰਸ਼ਨ ਲਈ ਆਵੇ। ਆਪ ਦਾ ਮਨੋਰਥ ਇਹ ਸੀ ਕਿ ਹਰ ਪ੍ਰਾਣੀ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ। ਇਹ ਤਾਂ ਇਸ ਤਰ੍ਹਾਂ ਊਚ ਨੀਚ ਦਾ ਭਰਮ ਨਿਵਰਤ ਹੋਵੇਗਾ। ਆਪ ਨੇ ਪਹਿਲੇ ਪੰਗਤ ਤੇ ਫਿਰ ਸੰਗਤ ਦੀ ਮਰਿਆਦਾ ਕਾਇਮ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸਪੁੱਤਰ ਦਾਤੂ ਸੀ। ਗੁਰੂ ਅਮਰਦਾਸ ਜੀ ਦੀ ਨਿੱਤਾਂ ਪ੍ਰਤੀ ਵੱਧ ਰਹੀ ਮਹਿਮਾ ਨੂੰ ਸੁਣ ਕੇ ਬਹੁਤ ਦੁਖੀ ਹੋ ਰਿਹਾ ਸੀ। ਉਸ ਨੇ ਗੁਰੂ ਬਣਨ ਦਾ ਬੜਾ ਯਤਨ ਕੀਤਾ, ਪਰ ਸਿੱਖ ਸੰਗਤਾਂ ਸੱਚ ਤੇ ਕੱਚ ਨੂੰ ਜਾਣਦੀਆਂ ਸਨ, ਜਿਸ ਕਰਕੇ ਦਾਤੂ ਦੀ ਗੁਰਗੱਦੀ ਨਾ ਚੱਲ ਸਕੀ। ਉਹ ਗੁਰਤਾ ਨੂੰ ਆਪਣੀ ਮਲਕੀਅਤ ਸਮਝਦਾ ਸੀ, ਪਰ ਇਹ ਦਾਤ ਤਾਂ ਸੇਵਾ ਕਰਨ ਵਾਲੇ ਸੇਵਕ ਦੇ ਹਿੱਸੇ ਹੀ ਆਉਂਦੀ ਹੈ। ਦਾਤੂ ਦੇ ਮਨ ਵਿੱਚ ਈਰਖਾ ਦੀ ਅੱਗ ਬੜੀ ਪ੍ਰਚੰਡ ਰੂਪ ਵਿੱਚ ਬਲ ਉੱਠੀ। ਉਸ ਨੇ ਫੈਸਲਾ ਕੀਤਾ ਕਿ ਇਹ ਗੁਰਗੱਦੀ ਮੇਰੀ ਮਲਕੀਅਤ ਹੈ, ਇਸ ਲਈ ਤੇ ਮੈਂ ਆਪਣੇ ਇੱਕ ਸਧਾਰਨ ਸੇਵਕ ਨੂੰ ਨਹੀਂ ਬੈਠਣ ਦੇਣਾ। ਇਹ ਇਰਾਦਾ ਧਾਰ ਕੇ ਉਹ ਗੋਇੰਦਵਾਲ ਵੱਲ ਤੁਰ ਪਿਆ। ਅੱਗੇ ਸ੍ਰੀ ਗੁਰੂ ਅਮਰਦਾਸ ਜੀ ਦੀਵਾਨ ਸਜਾ ਕੇ ਸਿੱਖ ਸੰਗਤਾਂ ਵਿੱਚ ਬੈਠੇ ਹੋਏ ਸਨ। ਸ਼ਬਦ ਕੀਰਤਨ ਹੋ ਰਿਹਾ ਸੀ। ਦਾਤੂ ਦੀਵਾਨ ਵਿੱਚ ਪਹੁੰਚ ਗਿਆ। ਉਹ ਬੜੇ ਕ੍ਰੋਧ ਨਾਲ ਭਖ ਰਿਹਾ ਸੀ। ਲੋਭ ਦੇ ਵਸ ਹੋਏ ਦੀ ਬੁੱਧੀ ਭ੍ਰਸ਼ਟ ਹੋ ਗਈ। ਦਾਤੂ ਨੇ ਅੱਗੇ ਵੱਧ ਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਪਿੱਠ ਵਿੱਚ ਲੱਤ ਮਾਰ ਕੇ ਗੁਰਗੱਦੀ ਤੋਂ ਹੇਠਾਂ ਸੁੱਟ ਦਿੱਤਾ ਤੇ ਕਹਿਣ ਲੱਗਾ ਕਿ ਤੇਰਾ ਇਸ ਗੱਦੀ ਤੇ ਬਹਿਣ ਦਾ ਕੋਈ ਹੱਕ ਨਹੀਂ। ਤੂੰ ਸੇਵਕ ਹੋ ਕੇ ਮਾਲਕ ਕਿਵੇਂ ਬਣ ਸਕਦਾ ਹੈ? ਤੂੰ ਹੁਣ ਇੱਥੋਂ ਨਿਕਲ ਜਾ, ਇੱਥੇ ਸਭ ਕੁਛ ਮੇਰਾ ਹੈ। ਤਾਂ ਸ਼ਾਂਤੀ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਉੱਠੇ ਤੇ ਹੱਥ ਜੋੜ ਕੇ ਕਹਿਣ ਲੱਗੇ, ਤੁਸੀਂ ਆਪ ਆਉਣ ਦੀ ਖੇਚਲ ਕਿਉਂ ਕੀਤੀ? ਮੈਨੂੰ ਕਿਸੇ ਸੇਵਕ ਹੱਥ ਸੁਨੇਹਾ ਭੇਜ ਦੇਂਦੇ ਤਾਂ ਮੈਂ ਆਪ ਹੀ ਚਲੇ ਜਾਣਾ ਸੀ। ਇਹ ਕਹਿ ਕੇ ਸਤਿਗੁਰ ਜੀ ਦਾਤੂ ਦੀ ਲੱਤ ਕੁੱਟਣ ਲੱਗ ਪਏ ਤੇ ਕਹਿਣ ਲੱਗੇ ਕਿ ਮੇਰਾ ਸਰੀਰ ਬਿਰਧ ਹੋਣ ਕਰਕੇ ਕਰੜਾ ਹੈ। ਆਪ ਦੇ ਚਰਨ ਕੋਮਲ ਹਨ। ਆਪ ਦੇ ਚਰਨ ਨੂੰ ਮੇਰੀ ਕੋਈ ਹੱਡੀ ਤਾਂ ਨਹੀਂ ਚੁੱਭੀ। ਕੁਝ ਸਿੱਖ ਦਾਤੂ ਦਾ ਦਿਮਾਗ ਠੀਕ ਕਰਨ ਲਈ ਉੱਠੇ, ਪਰ ਸਤਿਗੁਰ ਜੀ ਨੇ ਸਭ ਸੰਗਤਾਂ ਨੂੰ ਸ਼ਾਂਤ ਰਹਿਣ ਦਾ ਉਪਦੇਸ਼ ਦਿੱਤਾ ਤੇ ਆਪ ਸਭ ਕੁਛ ਉੱਥੇ ਹੀ ਛੱਡ ਕੇ ਚੁੱਪਚਾਪ ਉੱਥੋਂ ਆਪਣੇ ਨਿਵਾਸ ਸਥਾਨ 'ਤੇ ਚਲੇ ਗਏ। ਦਾਤੂ ਨੇ ਚੜ੍ਹਤ ਦੀ ਸਾਰੀ ਮਾਇਆ ਤੇ ਹੋਰ ਸਾਰਾ ਸਮਾਨ ਸਾਂਭ ਲਿਆ। ਦਾਤੂ ਗੁਰਗੱਦੀ 'ਤੇ ਬੈਠ ਗਿਆ। ਸੰਨ ਸਾਹਿਬ ਦਾ ਪ੍ਰਸੰਗ। ਸ੍ਰੀ ਗੁਰੂ ਅਮਰਦਾਸ ਜੀ ਅੱਧੀ ਰਾਤ ਨੂੰ ਬਿਨਾਂ ਕਿਸੇ ਨੂੰ ਦੱਸਣ ਤੋਂ ਗੋਇੰਦਵਾਲ ਤੋਂ ਚੱਲ ਕੇ ਆਪਣੇ ਨਗਰ ਬਾਂਸਰ ਕੇ ਪਹੁੰਚ ਗਏ। ਨਗਰ ਤੋਂ ਬਾਹਰ ਇੱਕ ਕੋਠੇ ਵਿੱਚ ਬੈਠ ਕੇ ਬੂਹਾ ਬੰਦ ਕਰ ਲਿਆ। ਬਾਹਰ ਕੰਧ 'ਤੇ ਇਹ ਬਚਨ ਲਿਖ ਦਿੱਤੇ, ਜਿਹੜਾ ਆਦਮੀ ਇਸ ਬੂਹੇ ਨੂੰ ਖੋਲ੍ਹੇਗਾ ਉਹ ਗੁਰੂ ਕਾ ਦੇਵਦਾਰ ਹੋਵੇਗਾ। ਉਹ ਨਾ ਸਾਡਾ ਸਿੱਖ ਤੇ ਨਾ ਅਸੀਂ ਉਸ ਦੇ ਗੁਰੂ ਹੋਵਾਂਗੇ। ਇਹ ਕਰੜਾ ਬਚਨ ਲਿਖ ਕੇ ਸਤਿਗੁਰ ਜੀ ਕੋਠੇ ਅੰਦਰ ਅਖੰਡ ਸਮਾਧੀ ਲਾ ਕੇ ਅਕਾਲ ਪੁਰਖ ਦੇ ਸਿਮਰਨ ਵਿੱਚ ਲੀਨ ਹੋ ਗਏ। ਪਿੱਛੇ ਗੋਇੰਦਵਾਲ ਵਿੱਚ ਦਾਤੂ ਦੀ ਬਹੁਤ ਬੁਰੀ ਦਸ਼ਾ ਹੋਈ। ਸਭ ਸੰਗਤਾਂ ਉਸ ਨੂੰ ਛੱਡ ਕੇ ਆਪੋ ਆਪਣੇ ਠਿਕਾਣੇ ਨੂੰ ਚਲੀਆਂ ਗਈਆਂ। ਕਿਸੇ ਸਿੱਖ ਨੇ ਉਸ ਨੂੰ ਗੁਰੂ ਨਾ ਮੰਨਿਆ। ਅਖੀਰ ਮਾਯੂਸ ਹੋ ਕੇ ਉਹ ਗੁਰੂ ਦਰਬਾਰ ਵਿੱਚੋਂ ਜਿੰਨੀ ਕੁ ਮਾਇਆ ਉਸ ਦੇ ਹੱਥ ਲੱਗੀ ਸੀ, ਉਸ ਨੂੰ ਲੈ ਕੇ ਉਹ ਖਡੂਰ ਵੱਲ ਤੁਰ ਪਿਆ। ਰਸਤੇ ਵਿੱਚ ਉਸ ਨੂੰ ਚੋਰਾਂ ਨੇ ਆ ਘੇਰਿਆ ਤੇ ਮਾਰ ਕੁਟਾਈ ਕਰਕੇ ਉਸ ਤੋਂ ਸਾਰੀ ਮਾਇਆ ਤੇ ਸਾਰਾ ਸਮਾਨ ਖੋਹ ਲਿਆ।
ਚੋਰਾਂ ਦੀ ਮਾਰ ਨਾਲ ਉਸ ਦੀ ਲੱਤ ਟੁੱਟ ਗਈ। ਉਸ ਦੀ ਇਹ ਟੁੱਟੀ ਲੱਤ ਸਾਰੀ ਉਮਰ ਠੀਕ ਨਾ ਹੋਈ ਤੇ ਉਸ ਨੇ ਇਸ ਦੁੱਖ ਵਿੱਚ ਹੀ ਸਾਰੀ ਉਮਰ ਬਿਤਾਈ। ਉਪਰੋਕਤ ਘਟਨਾ ਤੋਂ ਅਗਲੇ ਦਿਨ ਦੀਵਾਨ ਸਥਾਨ ਤੇ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ। ਸਤਿਗੁਰੂ ਜੀ ਦਾ ਸਿੰਘਾਸਣ ਸਜਾਇਆ ਗਿਆ। ਰਬਾਬੀਆਂ ਨੇ ਗੁਰੂ ਕੇ ਸ਼ਬਦ ਤੇ ਆਸਾ ਦੀ ਵਾਰ ਆਰੰਭ ਕਰ ਦਿੱਤੀ। ਨਿਯਤ ਸਮੇਂ ਸਤਿਗੁਰੂ ਜੀ ਦੀਵਾਨ ਵਿੱਚ ਨਾ ਆਏ ਤਾਂ ਸੰਗਤਾਂ ਨੂੰ ਬੜਾ ਫਿਕਰ ਹੋਇਆ। ਕੁਝ ਸਿੱਖ ਚੁਬਾਰੇ ਸਾਹਿਬ ਸਤਿਗੁਰੂ ਜੀ ਦਾ ਪਤਾ ਲੈਣ ਲਈ ਗਏ, ਪਰ ਸਤਿਗੁਰੂ ਜੀ ਉੱਥੇ ਨਾ ਮਿਲੇ। ਫਿਰ ਤਾਂ ਸੰਗਤਾਂ ਬਹੁਤ ਬੇਚੈਨ ਹੋਈਆਂ। ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਸਤਿਗੁਰੂ ਜੀ ਰਾਤ ਨੂੰ ਕਿਸ ਸਮੇਂ ਤੇ ਕਿੱਧਰ ਚਲੇ ਗਏ। ਸਤਿਗੁਰੂ ਜੀ ਤੋਂ ਬਿਨਾਂ ਹਰ ਪਾਸੇ ਉਦਾਸੀ ਛਾ ਗਈ। ਦਿਨ ਚੜ੍ਹੇ ਤਾਂ ਇਹ ਖਬਰ ਦੂਰ ਦੂਰ ਤੱਕ ਫੈਲ ਗਈ। ਕੁਝ ਸਿੱਖ ਬਾਬਾ ਬੁੱਢਾ ਜੀ ਦੇ ਨਗਰ ਵੱਲ ਚਲੇ ਗਏ। ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਕੱਲ੍ਹ ਵਾਲੀ ਦਾਤੂ ਦੀ ਕੀਤੀ ਕਰਤੂਤ ਦੱਸੀ ਤੇ ਕਿਹਾ ਕਿ ਸਤਿਗੁਰੂ ਜੀ ਚੁੱਪ ਚੁਪੀਤੇ ਪਤਾ ਨਹੀਂ ਕਿੱਧਰ ਚਲੇ ਗਏ ਹਨ। ਸੰਗਤਾਂ ਬਹੁਤ ਉਦਾਸ ਹਨ। ਸਤਿਗੁਰੂ ਜੀ ਨੂੰ ਲੱਭਣ ਦਾ ਕਾਰਜ ਆਪ ਤੋਂ ਬਿਨਾਂ ਕੋਈ ਹੋਰ ਨਹੀਂ ਕਰ ਸਕਦਾ। ਸੰਗਤਾਂ ਨੇ ਇਹ ਪਰਉਪਕਾਰ ਤੁਸੀਂ ਹੀ ਕਰੋ। ਸਿੱਖਾਂ ਦੀ ਬੇਨਤੀ ਸੁਣ ਕੇ ਬਾਬਾ ਬੁੱਢਾ ਜੀ ਨੇ ਇੱਕ ਘੜੀ ਤੱਕ ਅੰਤਰ ਧਿਆਨ ਹੋ ਕੇ ਵੇਖਿਆ ਕਿ ਸਤਿਗੁਰੂ ਜੀ ਬਾਂਸਰ ਕੇ ਇੱਕ ਕੋਠੇ ਵਿੱਚ ਸਮਾਧੀ ਲਾਈ ਬੈਠੇ ਹਨ। ਫਿਰ ਆਪ ਜੀ ਨੇ ਵਿਚਾਰਿਆ ਕਿ ਜੇ ਇਸ ਤਰ੍ਹਾਂ ਹੀ ਸੰਗਤਾਂ ਨੂੰ ਦੱਸ ਦਿੱਤਾ ਤਾਂ ਕਰਾਮਾਤ ਪ੍ਰਗਟ ਹੋ ਜਾਏਗੀ। ਇਹ ਚੰਗੀ ਗੱਲ ਨਹੀਂ। ਇਸ ਵਾਸਤੇ ਗੁਰੂ ਜੀ ਦੇ ਦਰਸ਼ਨ ਵਾਸਤੇ ਕੋਈ ਹੋਰ ਢੰਗ ਵਰਤਣਾ ਚਾਹੀਦਾ ਹੈ। ਸੋ ਬਾਬਾ ਬੁੱਢਾ ਜੀ ਨੇ ਸਿੱਖ ਸੰਗਤਾਂ ਨੂੰ ਕਿਹਾ ਕਿ ਗੁਰੂ ਜੀ ਦੀ ਸਵਾਰੀ ਵਾਲੀ ਘੋੜੀ ਨੂੰ ਅੱਗੇ ਲਾ ਕੇ ਉਸ ਦੇ ਪਿੱਛੇ ਤੁਰ ਪਵੋ। ਘੋੜੀ ਗੁਰੂ ਜੀ ਦਾ ਖੋਜ ਦੱਸ ਕੇ ਤੁਹਾਨੂੰ ਉਹਨਾਂ ਦੇ ਪਾਸੇ ਲੈ ਜਾਏਗੀ। ਮੈਂ ਵੀ ਤੁਹਾਡੇ ਨਾਲ ਹੀ ਚੱਲਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੁੱਕਾਂ ਗਲਤੀਆਂ ਮਾਫ਼ ਕਰਨੀਆਂ ਵਾਹਿਗੁਰੂ ਜੀ। ਅੱਗੇ ਦੀ ਸਾਖੀ। ਬਾਬਾ ਬੁੱਢਾ ਜੀ ਨੇ ਕੋਠੇ ਨੂੰ ਸੰਨ ਲਾ ਕੇ ਗੁਰੂ ਜੀ ਦੇ ਦਰਸ਼ਨ ਕਰਵਾਉਣੇ। ਇਹ ਆਪਾਂ ਅੱਗੇ ਕਥਾ ਸਰਵਣ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।